ਵਾਹਿਗੁਰੂ 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 ਗੁਰ ਸਤਿਗੁਰ ਕਾਜੂ ਸਿੱਖ ਅਖਾਇ ਸੂ ਭਲ ਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਪਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵੇਖ ਪਾਪ ਦੁਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦੇ ਹਰ ਨਾਮ ਤੇ ਆਵੇ ਜੋ ਸਾ ਗਰਾਸ ਤੇ ਆਏ ਮੇਰਾ ਹਰ ਹਰ ਸਾਸ ਸਾਸ ਸਿਮਰੋ ਗੋਬਿੰਦ ਜੋ ਸਾਸ ਗਿਰਾ ਜੋ ਸਾਸ ਰਾਸਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਿਆਲ ਹੋਏ ਮੇਰਾ स्वामी ਤਿਸ ਗੁਰ ਸਿ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ ਜੋ ਆਪ ਜਪੇ ਅਮਰ ਨਾਮ ਜਪਾਵੇ ਵਾਹਿਗੁਰੂ 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 परम सत्कारयोग गुरु प्यारी साध संगत जी,
ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ, ਸਤਨਾਮ ਸ੍ਰੀ। ਪਾਤਸ਼ਾਹ ਦੀ ਕਿਰਪਾ ਹੋਈ ਹੈ, ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਮਿਲ ਸੰਗਤ ਮੈਲ ਭਰੀਜੈ ਜੀਓ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਐਸਾ ਸਮਾਂ ਨਹੀਂ ਮਿਲਦਾ, ਕਿਉਂਕਿ ਜੋ ਕਿ ਕੋਈ ਪੂਰਬਲਾ ਸੰਚਿਤ ਕਰਮ, ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋਵੇ, ਫਿਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਇਆ ਜਾਂਦਾ ਹੈ। ਜਦੋਂ ਅਸੀਂ ਇਸ ਪਾਸੇ ਵੱਲ ਨੂੰ ਚੱਲਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ। ਗੁਰੂ ਦੀ ਕਿਰਪਾ ਹੈ, ਬਹੁਤ ਹੀ ਸੁਹਾਵਣਾ ਇਹ ਸਥਾਨ ਹੈ ਏਰੀਏ ਦੇ ਵਿੱਚ, ਜੋ ਇਹ ਸੈਨ ਹੋ ਜੇ ਸਿਲੀਕਨ ਵੈਲੀ। ਕਿੰਨਾ ਸੋਹਣਾ ਸਥਾਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਪਿਛਲੇ 2 ਦਿਨਾਂ ਤੋਂ ਇੱਥੇ ਸਤਸੰਗ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੱਜ ਹਫ਼ਤਾਵਾਰੀ ਸਮਾਗਮ ਹੈ ਤੇ ਆਪਾਂ ਜੋ ਵਿਚਾਰ ਸ਼ੁਰੂ ਕੀਤੀ ਸੀ ਉਸ ਨੂੰ ਵੀ ਸੰਪੂਰਨ ਕਰਨ ਦਾ ਯਤਨ ਕਰਦੇ ਹਾਂ। ਇੱਕ ਵਿਚਾਰ ਲਈ ਸੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣ ਜਾ ਰਹੇ ਹਾਂ। ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਕਿ ਮਨ ਨੂੰ ਕਿ ਤੂੰ ਮਨਾ ਪ੍ਰਭੂ ਦੀ ਸ਼ਰਨ ਚ ਆ। ਇਹ ਸ਼ਰਨ ਚਰਨ ਚ ਆ ਕੇ ਕਿੱਡੇ ਕਿੱਡਿਆਂ ਦਾ ਭਲਾ ਹੋ ਗਿਆ। ਜਹ ਸਿਮਰਤ ਗਨ ਸੀ ਉਦਰੀ, ਤਾਂ ਕੋ ਜਸ ਉਰ ਧਾਰੋ। ਕਿੱਡੀ ਵੱਡੀ ਉਹ ਪਾਪਣ ਸੀ, ਗਣ ਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਤੇ ਉਸ ਦਾ ਭਲਾ ਹੋਇਆ। ਫਿਰ ਅੱਗੇ ਦੱਸਦੇ ਹਨ ਕਿ ਅਟਲ ਪਿਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਆਪਾਂ ਕੱਲ ਦੇ ਸਤਸੰਗ 'ਚ ਵਿਚਾਰ ਕੀਤੀ ਸੀ ਕਿ ਕਿਵੇਂ ਅਟਲ ਪਦਵੀ, ਉਹ ਰਾਜ ਪ੍ਰਾਪਤ ਹੋਇਆ, ਵਿਨਾਸੀ ਰਾਜ। ਤੇ ਇਸ ਤੋਂ ਅੱਗੇ ਫਿਰ ਦੱਸਦੇ ਹਨ, ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਹੁਣ ਸਵਾਲ ਸਾਡੇ ਉੱਤੇ ਹੈ ਕਿ ਜਦੋਂ ਦੇਖੋ ਉਹਨਾਂ ਦਾ ਭਲਾ ਹੋ ਗਿਆ, ਇਹੀ ਨਹੀਂ ਕਿ ਇੱਕ ਇਨਸਾਨ ਦਾ, ਸਾਰਿਆਂ ਦਾ ਹੀ ਹੋ ਜਾਂਦਾ ਹੈ। ਅੱਗੇ ਮਿਸਾਲ ਦਿੱਤੀ ਹੈ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗੱਜ ਗਰਾਹ ਤੇ ਛੂਟਾ। ਹੁਣ ਤੰਦੂਏ ਨੇ ਫੜ ਲਿਆ ਸੀ ਪਾਣੀ ਦੇ ਵਿੱਚ ਹਾਥੀ, ਉਹਨੇ ਵੀ ਆਰਾਧਨਾ ਕੀਤੀ ਤੇ ਉਸ ਦਾ ਵੀ ਛੁਟਕਾਰਾ ਹੋਇਆ। ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤਹਿ ਟੂਟਾ। ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਤੇ ਅੱਜ ਆਪਾਂ ਵਿਚਾਰ ਕਰਨੀ ਹੈ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਦਰ ਸਪਾਰਾ। ਹੁਣ ਦੇਖੋ ਅਜਾਮਲ ਵਰਗੇ, ਉਹ ਗਣਕਾ ਪਾਪਣ ਵਰਗੇ ਅਜਾਮਲ ਪਾਪੀ ਜਗ ਜਾਣੇ। ਹੁਣ ਤਾਂ ਉਹ ਤਾਂ ਐਡਾ ਵੱਡਾ ਪਾਪੀ ਸੀ। ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਿਹਾ। ਉਹ ਤਾਂ ਰਹਿਣੀ ਉੱਥੇ ਲੱਗ ਗਿਆ ਸੀ। ਉਹ ਹੈ ਭਾਵੇਂ ਰਾਜ ਪੰਡਤ ਦਾ ਦਰਜਾ ਪ੍ਰਾਪਤ, ਇਹਦਾ ਪਿਤਾ ਵੀ ਰਾਜ ਪੰਡਤ ਸੀ। ਉਸ ਤੋਂ ਬਾਅਦ ਇਹ ਬਣਿਆ, ਰਾਜ ਸਭਾ ਦੇ ਵਿੱਚ ਜਾਂਦਾ ਸੀ,
ਪਰ ਜੋ ਉਸ ਦਾ ਉਸਤਾਦ ਗੁਰੂ ਸੀ, ਮਹਾਂਪੁਰਖ ਸੀ, ਉਹਨਾਂ ਨੇ ਕਿਹਾ ਕਿ ਇੱਧਰ ਨਾ ਜਾਈ, ਜਿਹੜਾ ਇਹ ਬਾਜ਼ਾਰ ਹੈ ਨਾਮ ਤਾਂ ਧਰਮਪੁਰਾ, ਇੱਥੇ ਅਧਰਮ ਦੇ ਕੰਮ ਹੁੰਦੇ ਨੇ, ਮਨ ਦਾ ਹੀ ਕੰਮ ਹੈ, ਇਸ ਕਰਕੇ ਤੂੰ ਇਸ ਪਾਸੇ ਵੱਲ ਨਹੀਂ ਜਾਣਾ। ਪਰ ਉਹਨੂੰ ਇਹ ਸੀ ਕਿ ਮੈਂ ਗਿਆਨਵਾਨ ਹਾਂ, ਪੰਡਤ ਹਾਂ, ਮੇਰੇ ਤੇ ਅਸਰ ਨਹੀਂ ਹੋ ਸਕਦਾ। ਮਨ ਦਾ ਕੋਈ ਪਤਾ ਹੈ ਕਿ ਕਦੋਂ ਕਿਸ ਪਾਸੇ ਵੱਲ ਨੂੰ ਚਲਾ ਜਾਵੇ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹਨੂੰ ਤਾਂ ਇਹ ਸਤਿਗੁਰ ਦੀ ਚਰਨ ਸ਼ਰਨ ਦੇ ਵਿੱਚ ਲਿਆਓ, ਇਹੀ ਪਾਰ ਉਤਾਰਾ ਕਰਨਾ, ਨਹੀਂ ਤਾਂ ਮਨ ਸਿਉ ਕਾਜ ਹੈ। ਇਹਦਾ ਅਸਲ ਕੰਮ ਕੀ ਹੈ ਕਿ ਨਾਮ ਨਾਲ ਜੁੜੇ, ਪਰ ਮਨ ਸਦਾ ਬਰਿਆਈਆਂ ਵੱਲ ਨੂੰ ਜਾਂਦਾ, ਮਨ ਲੋਚੇ ਬਰਿਆਈਆਂ, ਗੁਰਸ਼ਬਦੀ ਇਹ ਮਨ ਹੋੜੀ ਹੈ। ਸੋ ਆਓ, ਮਨ ਜਿਹੜਾ ਦੌੜਦਾ ਏ ਸਵਾਸ ਤੇ ਦੌੜਦਾ, ਇਹ ਮਨ ਉੱਡਣ ਪੰਖੇਰੂ ਬਣਕਾ, ਇਹਨੂੰ ਰੋਕੀਏ। ਜਿੰਨਾ ਸਵਾਸ ਡੂੰਘਾ ਹੋ ਜਾਊ, ਪ੍ਰੈਕਟਿਸ ਦੇ ਨਾਲ ਹੋ ਜਾਂਦਾ ਹੈ। ਚੱਲ ਤਾਂ 18 ਬੈਸਟ 12 ਸੋਬਤ 24 ਜਾਤ, ਚੱਲਦੇ ਇਨਸਾਨ ਦੇ 12 ਸਵਾਸ 1 ਮਿੰਟ ਦੇ ਵਿੱਚ ਜਾਂਦੇ ਹਨ। ਬੈਠੇ ਦੇ 12 ਚੱਲਦੇ ਹਨ, ਚੱਲਦੇ ਦੇ ਤੁਰੇ ਜਾਂਦੇ ਦੇ 18, ਸੌਂਦੇ ਦੇ 24, ਇੱਕ ਐਵਰੇਜ ਹੈ। ਗੁੱਸੇ ਦੇ ਵਿੱਚ 32 ਸਵਾਸ ਆ ਜਾਂਦੇ ਨੇ। ਹੁਣ ਵਾਸ਼ਨਾਵਾਂ ਦੇ ਵਿੱਚ ਅਜਾਮਲ ਪ੍ਰਵੇਸ਼ ਕਰ ਗਿਆ, ਕਿੱਡਾ ਵੱਡਾ ਉਸਨੇ ਇਹ ਕਰ ਲਿਆ ਕਿ ਉਹ ਵੇਸਵਾ ਦੇ ਕੋਲ ਹੀ ਰਹਿਣਾ ਸ਼ੁਰੂ ਕਰ ਦਿੱਤਾ, ਤੇ ਫਿਰ 64 ਸਵਾਸ 1 ਮਿੰਟ ਵਿੱਚ ਖਤਮ ਹੋ ਜਾਂਦੇ ਨੇ। ਬੇਮੁਖ ਹੋ ਗਿਆ, ਗੁਰ ਤੇ ਬੇਮੁਖ ਹੋਏ ਕਿ ਹੁਣ ਕਿੱਡੇ ਉਹ ਬੇਮੁਖਤਾਈ ਜਿਹੜੀ ਇਹ ਦੋਸ਼ ਹੈ, ਗੁਰੂ ਤੋਂ ਮੁਖ ਮੋੜ ਜਾਣਾ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ਼, ਕੀਤਾ ਕਛੂ ਨਾ ਹੋਵੀ ਲਿਖਿਆ ਧੁਰ ਸੰਜੋਗ। ਹੁਣ ਅਸਲ ਦੇ ਵਿੱਚ ਮਨ ਦਾ ਕੰਮ ਹੈ, ਮਨ ਨੂੰ ਹੀ ਸਤਿਗੁਰ ਦੀ ਚਰਨ ਸ਼ਰਨ ਚਲਾ ਦਿਓ। ਇਹ ਵਿਚਾਰੋ ਕਿ ਇਹ ਅਸੀਂ ਮਨ ਨੂੰ ਇਸ ਪਾਸੇ ਰੱਖਣਾ ਹੈ, ਸਵਾਸ ਤੇ ਦੇਖਣਾ ਕਿ ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਇਸ ਨੂੰ ਇਸ ਪਾਸੇ ਵੱਲ ਲਾਉਣਾ ਹੈ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ। ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਜਿਨ੍ਹਾਂ ਨੇ ਮਨ ਗੁਰੂ ਨੂੰ ਦੇ ਦਿੱਤਾ, ਉਹਨਾਂ ਦੇ ਕਾਰਜ ਸਾਰੇ ਹੀ ਰਾਸ ਹੋ ਗਏ।
ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਹੁਣ ਗਣਕਾ ਪਾਪਣ ਵਰਗੀ ਨੇ ਸੰਤਾਂ ਦੀ ਦਰਸਾਈ ਜੁਗਤ ਦੇ ਅਨੁਸਾਰ ਮਨ ਨੂੰ ਇਸ ਪਾਸੇ ਵੱਲ ਲਾ ਲਿਆ। ਤੋਤੇ ਦੇ ਰਾਹੀਂ RAM ਨਾਮ ਦਾ ਜਾਪ ਕਰਦੀ ਹੈ। ਹੁਣ ਲਿਵ ਲਾਗੀ ਤਿਸ ਤੋਤਿਓ, ਜਿਹੜੀ ਉਹ ਪਾਪਾਂ ਨਾਲ ਮੈਲ ਭਰੀ ਸੀ, ਲਿਵ ਲੱਗ ਗਈ, ਮਨ ਇੱਧਰ ਲੱਗ ਗਿਆ। ਦੁਰਮਤ ਪਾਪ ਕਲੇਵਰ ਧੋਤਾ। ਇਸੇ ਤਰ੍ਹਾਂ ਅਜਾਮਲ ਪਾਪੀ ਸੀ, ਅਜਾਮਲ ਪਾਪੀ ਜਗ ਜਾਣੇ। ਨਿਮਖ ਮਾਹੇ ਨਿਸਤਾਰਾ, ਨਿਮਖ ਕੇ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਉਸ ਦਾ ਨਿਸਤਾਰਾ ਹੋ ਗਿਆ। ਹੁਣ ਹੈ ਤਾਂ ਪਾਪੀ ਸੀ, ਪਤਤ ਅਜਾਮਲ ਪਾਪ ਕਰ, ਜਾਏ ਕਲਾ ਵਾਤਣੀ ਦੇ ਰਿਹਾ। ਗੁਰ ਤੇ ਬੇਮੁਖ ਹੋਏ ਕੇ ਹੁਣ ਐਸਾ ਬੇਮੁਖ ਹੋਇਆ ਕਿ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਪ੍ਰਵੀਨ ਹੋ ਗਿਆ। ਹੁਣ ਵਿਸ਼ੇ ਦਾ ਜਿਹੜਾ ਆਨੰਦ ਹੈ ਛਿਨ ਭੰਗਰ ਹੈ। ਨਿਮਖ ਕਾ ਸਵਾਦ ਕਾਰਨ ਹੁਣ ਕਿੰਨਾ ਇਹਦੇ ਵਿੱਚ ਦੁੱਖ ਆਉਂਦਾ ਹੈ। ਕੋਟ ਦਿਨ ਦੁੱਖ ਪਾਵੇ, ਘੜੀ ਮੋਹਤ ਰੰਗ ਮਾਣੇ, ਫਿਰ ਬਹੁਰ ਬਹੁਰ ਪਛਤਾਵੇ। ਹੁਣ ਮਨ ਅੰਧੇ ਕੋ ਮਿਲੇ ਸਜਾਏ। ਤੇ ਇਸ ਤਰ੍ਹਾਂ ਕਰਦਾ ਕਰਦਾ ਹੁਣ ਇਹ ਦੇ ਇਸ ਤਰ੍ਹਾਂ ਖਰਾਬ ਕਰ ਲਈ। ਹੇ ਕਾਮ ਨਰਕ ਵਿਸਰਾਮ, ਅਨਕ ਜੋਨੀ ਪਰਵਾਣ। ਇਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੈ ਕੇ ਇਨਸਾਨ ਦੀ ਕਿਹੋ ਜਿਹੀ ਹਾਲਾਤ ਹੋ ਜਾਂਦੀ ਹੈ। ਉੱਚੇ ਮੰਦਰ ਸੁੰਦਰ ਨਾਰੀ, RAM ਨਾਮ ਬਿਨ ਬਾਜੀ ਹਾਰੀ। ਅੰਤ ਕਾਲ ਜੇ ਕਿਤੇ ਇਹਦੇ ਚ ਰਹਿ ਗਈ ਸੁਰਤ, ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜਿਹੜਾ ਬਣਦਾ ਉਹ ਤਾਂ ਮੰਦਰ ਨਾਲ, ਤੇ ਇਹ ਇਸਤਰੀ ਦੇ ਨਾਲ ਚਿੱਤ ਰਹਿ ਗਿਆ। ਕੀ ਬਣੋ? ਵਿਸਵਾ ਚੋਂ ਬਲ ਵੱਲ ਉਤਰੇ। ਸਾਰਾ ਪਾਤਸ਼ਾਹ ਨੇ ਦੱਸਿਆ ਕਿ ਅੰਤ ਕਾਲ
ਜੋ ਲక్ష్ਮੀ ਸਿਮਰੈ, ਪੈਸੇ ਵਿੱਚ ਸੁਰਤੀ ਬਿਰਤੀ ਰਹਿ ਗਈ, ਕੀ ਬਣੋ? ਸਰਪ ਜੋਨ ਬਲ ਬਲ ਉਤਰੈ ਰੀਵਾਈ, ਗੋਵਿੰਦ ਨਾਮ ਮਤ ਵਿਸਰੈ। ਇਸ ਕਰਕੇ ਇੱਕ ਥੋੜਾ ਜਿਹਾ ਸਮਾਂ ਵੀ ਇਹ ਵਿਸਰ ਗਿਆ। ਆਖਾਂ ਜੀਵਾਂ ਵਿਸਰੈ ਮਰ ਜਾਓ, ਕਿੰਨੀ ਤੜਫਣਾ ਹੈ। ਉਹ ਜੋ ਮਛਲੀ ਬਿਨ ਪਾਣੀ ਹੈ, ਕਿਉ ਜੀਵਨ ਪਾਵੇ। ਇਹ ਬੂੰਦ ਬਿਹੁਣਾ ਚਾਤਰ ਕੋ, ਕਿਉ ਕਰ ਤਰਪਾਵੇ। ਨਾਦ ਕਰਨ ਕੇ ਵਿਦਿਆ ਸਨਮੁਖ ਠਤਾਵੇ। ਉਹ ਪਵਰ ਲੋਭੀ ਕੁਸ ਵਾਸ ਕਾ, ਮਿਲੇ ਆਪ ਬੰਦਾਵੇ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੇ। ਵਾਹਿਗੁਰੂ 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 ਨਾਮ ਦੇ ਵਿੱਚ ਸ਼ਾਂਤੀ ਹੈ। ਹੁਣ ਆ ਕਿੰਨਾ ਮੰਤਰ ਬਲ ਜੋ ਹੈ, ਇਸ ਦੇ ਨਾਲ ਇਹ ਸਾਰੇ ਖਤਮ ਹੋ ਜਾਂਦੇ ਹਨ। ਸਭ ਤੋਂ ਵੱਡਾ ਤਾਂ ਹਉਮੈ ਹੈ, ਇਹੀ ਖਤਮ ਹੋ ਜਾਂਦੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਸ ਕਰਕੇ ਅਰੀ ਬਾਈ ਗੋਵਿੰਦ ਨਾਮ ਮਤ ਵਿਸਰੈ। ਹੁਣ ਜੇ ਇਧਰ ਹੀ ਧਿਆਨ ਰਹਿ ਗਿਆ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜੌਨ ਬਲ ਬਲ ਉਤਰੈ, ਭੂਤ ਬਣਨਾ ਪੈਂਦਾ। ਸੂਖਸ਼ਮ ਉਸ ਐਸਾ ਮਿਲਦਾ ਹੈ, ਅੱਗ ਤੇ ਹਵਾ ਦਾ ਤ੍ਰਿਪਤੀ ਹੁੰਦੀ ਓ ਨਹੀਂ, ਸ਼ਾਂਤੀ ਹੁੰਦੀ ਓ ਨਹੀਂ। ਪ੍ਰੇਤ ਪਿੰਜਰ ਮੈਂ ਦੁਖ ਕਨੇਰੇ। ਫਿਰ ਇਸੇ ਤਰ੍ਹਾਂ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸੂਕਰ ਜੋਨ ਵੱਲ ਵੱਲ ਉਤਰੈ, ਫਿਰ ਕਿੱਥੇ ਜਾਣਾ ਪਊ? ਸੂਰ ਬਣਨਾ ਪਊ। ਸੂਰੀ ਦੇ ਤਾਂ 12 ਬੱਚੇ ਹੁੰਦੇ ਹਨ। ਫਸ ਜਾਂਦਾ ਹੈ ਇਨਸਾਨ। ਜਹਾਂ ਆਸਾ ਤਹਾਂ ਵਾਸਾ। ਅੰਤ ਕਾਲ, ਹੁਣ ਜੇ ਅੰਤ ਦਾ ਸਮਾਂ ਆਉਣਾ ਤਾਂ ਸਾਰਿਆਂ ਤੇ ਹੀ ਹੈ। ਜਿਨ੍ਹਾਂ ਨੇ ਮਨ ਨੂੰ ਇੱਧਰ ਜੋੜ ਲਿਆ, ਅੰਤ ਕਾਲ ਜਮ ਜਾਲ ਤੋੜ, ਨਰਕਾਂ ਵਿੱਚ ਨਾ ਖਾਦ ਸਕੋਤਾ। ਭਾਵੇਂ ਪਾਪਣ ਸੀ ਗਣਕਾ, ਪਰ ਅੰਤ ਦੇ ਸਮੇਂ ਉਹ ਦਰਸਾਈ ਜੁਗਤ ਦੇ ਅਨੁਸਾਰ ਰਾਮ ਦਾ ਨਾਮ ਆ ਗਿਆ। ਗਈ ਬੈਕੁੰਠ ਭਵਾਨ ਚੜ। ਹੁਣ ਨੌ ਨਰੈਣ ਛੋਤ ਅਛੋਤਾ, ਕੋਈ ਛੂਏ ਨਹੀਂ ਸਕਦਾ। ਅਛੂਤ ਜਿਵੇਂ ਹੁੰਦੀ ਹੈ, ਛੂਤ ਦਾ ਵਾਇਰਸ ਹੈ,
ਕਰੋਨਾ ਛੂਤ ਦਾ ਹੀ ਰੋਗ ਹੈ, ਇੱਕ ਦੇ ਨੇੜੇ ਜਾਓ ਦੂਜੇ ਦੇ, ਤਾਂ ਹੀ ਸੋਸ਼ਲ ਡਿਸਟੈਂਸ ਕਹਿੰਦੇ ਨੇ, ਹੋਰ ਪ੍ਰੀਕਾਸ਼ਨਸ ਹਨ। ਤੇ ਜੇ ਇਹ ਸਵਾਸ ਦੇ ਉੱਤੇ ਇਹ ਆ ਗਿਆ ਗੁਰੂ ਦਾ ਮੰਤਰ, ਫਿਰ ਛੋਤ ਅਛੋਤਾ ਕੁਝ ਨਹੀਂ ਇਹਨੂੰ ਛੂ ਸਕਦਾ, ਕੋਈ ਛੂਤ ਨਹੀਂ ਲੱਗ ਸਕਦੀ। ਸਰਬ ਰੋਗ ਕਾ ਔਖਦ ਨਾਮ, ਅੰਦਰੋਂ ਸਟਰੋਂਗ ਹੈ, ਇਮਿਊਨ ਪਾਵਰ ਸਟਰੋਂਗ ਹੋ ਜਾਂਦੀ ਹੈ। ਜੇ ਇਹ ਨਹੀਂ ਤਾਂ ਫਿਰ ਦੂਜੇ ਪਾਸੇ ਵਾਸ਼ਨਾਵਾਂ ਦੇ ਅਧੀਨ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ, ਸਰੀਰ ਦਾ ਨਾਸ ਕਰ ਲਿਆ। ਹੁਣ 6 ਪੁੱਤ ਜਾਏ ਬੇਸਵਾ, ਹੁਣ ਪਾਪਾਂ ਦਾ ਫਲ ਇੱਛੇ ਲਿਆ। 6 ਪੁੱਤਰ ਹੋ ਗਏ, ਹੁਣ 7ਵਾਂ ਹੋਣਾ ਸੀ, ਪਾਪ ਨੂੰ ਫਲ ਲੱਗਦਾ ਹੈ। ਪੁੱਤਰ ਅਪੰਨਾ 7ਵਾਂ। 9 ਧਰਨ, ਜਿਹੜਾ ਮਨ ਦੇ ਵਿੱਚ ਉਮਾਹ ਆਇਆ। ਹੁਣ ਉਹ ਜਿਹੜਾ ਨਾਂ ਰੱਖਣਾ ਸੀ, ਹੁਣ ਉਸ ਸਮੇਂ ਇਹ ਤਾਂ ਆਇਆ, ਪਰ ਨਾਲ ਇਹ ਵੀ ਖਿਆਲ ਆਇਆ ਕਿ ਮਨਾ ਕਿੰਨੇ ਪਾਪ ਕੀਤੇ, ਕਿ ਕਿੰਨਾ ਤੂੰ ਇਹ ਕੀਤਾ ਹੈ ਮਨ ਦੇ ਪਿੱਛੇ ਲੱਗ ਕੇ। ਹੁਣ ਅੱਜ ਆਤਮਘਾਤ ਸੁਸਾਈਡ ਕਰਨ ਜਾਂਦਾ, ਪਰ ਅੱਗੇ ਮਹਾਪੁਰਸ਼ ਮਿਲ ਜਾਂਦੇ ਨੇ ਜਿਨ੍ਹਾਂ ਨੇ ਇਹਨੂੰ ਪਹਿਲਾਂ ਵੀ ਵਰਜਿਆ ਸੀ, ਕਿ ਭਵਜਲ ਅੰਦਰ ਫਿਰਦਾ ਵੇਹਾ, ਕਿ ਇਹਦੇ ਵਿੱਚ ਤੋਂ ਜਿਹੜਾ ਹੈ ਭਵਜਲ ਦੇ ਗੋਤੇ ਖਾਂਦੇ, ਇਹਨਾਂ 'ਚ ਹੜਾਂ 'ਚ ਭੰਮਣ ਘੇਰੀਆਂ ਦੇ ਵਿੱਚ ਫਸ ਜਾਣਾ। ਜੇ ਇੱਧਰ ਨੂੰ ਚੱਲਿਆ, ਰਸਤੇ ਛੱਡ ਕੇ ਰਸਤਾ ਅਖਤਿਆਰ ਕਰ ਲਿਆ। ਹੁਣ ਨਾ ਮੰਨੀ ਪਰ ਅੱਜ ਪਛਤਾਵਾ ਹੈ, ਮਨ ਅੰਧੇ ਜਨਮ ਗਵਾਇਆ, ਬਿਰਥਾ ਜਨਮ ਗਵਾਇਨ। ਹੁਣ ਜਿਹੜਾ ਜਨਮ ਸੀ ਬਿਰਥਾ ਚਲਾ ਜਾਂਦਾ ਜੇ ਇਹਦੇ ਵਿੱਚ ਲੱਗ ਗਿਆ। ਇਸ ਕਰਕੇ ਅੰਤ ਕਾਲ ਨਾਰਾਇਣ ਸਿਮਰੈ। ਹੁਣ ਮਹਾਪੁਰਸ਼ਾਂ ਨੇ ਕੀ ਕਿਹਾ? ਗੁਰੂ ਦੇ ਦੁਆਰੇ ਜਾ ਕੇ, ਗੁਰੂ ਦੁਆਰੇ ਜਾਏ ਕੇ। ਹੁਣ ਉੱਥੇ ਜਾ ਕੇ ਕੀ ਕੀਤਾ? ਗੁਰਮੁਖ ਨਾਉ ਨਰਾਇਣ ਕਿਹਾ, ਉਹਦਾ ਨਾਂ ਕਿਹਾ ਕਿ ਇਹਦਾ ਨਾਂ ਨਰਾਇਣ ਰੱਖ ਲਈ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਆ, ਹੁਕਮਨਾਮਾ ਲੈਂਦੇ, ਉਸ ਦੇ ਪਹਿਲੇ ਪਵਿੱਤਰ ਅੱਖਰ ਦੇ ਉੱਤੇ ਨਾਮ ਰੱਖਦੇ ਆ, ਤੇ ਇਸ ਤਰ੍ਹਾਂ ਉਹ ਗੁਰਮੁਖ ਪਿਆਰਿਆਂ ਨੇ ਉਹਦਾ ਜਿਹੜਾ 7ਵਾਂ ਪੁੱਤਰ ਆਉਣਾ ਸੀ, ਉਹਦਾ ਨਾਮ ਨਰਾਇਣ ਰੱਖ ਦਿੱਤਾ। ਰੱਖਦਾ ਨਾਮ ਨਰਾਇਣ ਗੁਰਮੁਖ ਪਿਆਰੇ ਨੇ, ਰੱਖਦਾ ਨਾਮ ਨਰਾਇਣ ਗੁਰਮੁਖ ਪਿਆਰੇ ਨੇ। ਜੀ ਰੱਖਤਾ ਨਾਮ ਨਰਾਇਣ ਗੁਰਮੁਖ ਪਿਆਰੇ ਨੇ, ਰੱਖਤਾ ਨਾਮ ਨਰਾਇਣ ਗੁਰਮੁਖ ਪਿਆਰੇ ਨੇ। ਗੁਰਮੁਖ ਨੋ ਨਾਰਾਇਣ ਕਿਹਾ। ਹੁਣ ਫਿਰ ਇਹ ਜੁਗਤ ਹੁੰਦੀ ਹੈ, ਜਿਵੇਂ ਗਣਕਾਂ ਨੂੰ ਨਾਮ ਤਾਂ ਜਪ ਨਹੀਂ ਸੀ ਹੋਣਾ, ਉਸ ਨੂੰ ਤੋਤੇ ਦੀ ਮਦਦ ਦੇ ਨਾਲ ਰਾਮ ਰਾਮ ਕਹਿਣ ਨੂੰ ਕਿਹਾ। ਤੇ ਇਧਰ ਅਜਾਮਲ ਨੂੰ, ਕਿਉਂਕਿ ਮੋਹ 'ਚ ਫਸਿਆ ਸੀ, ਕਿ ਪੁੱਤਰ ਦਾ ਨਾਮ ਨਰਾਇਣ ਰੱਖ ਦੇਵੀਂ। ਹੁਣ ਰੱਖ ਦਿੱਤਾ, ਕਿਉਂਕਿ ਜੁਗਤ ਹੁੰਦੀ ਹੈ। ਬਾਲਮੀਕ ਨੂੰ ਬਾਟਾ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਕਿ ਉਹਨੂੰ ਉਲਟ ਨਾਮ ਪ੍ਰਗਾਸਾ ਰਾਮ ਰਾਮ ਤਾਂ ਕਹਿ ਨਹੀਂ ਸੀ ਹੁੰਦਾ, ਮਰਾ ਮਰਾ ਤੋਂ ਆਪੇ 14 ਸਾਲ ਲੱਗੇ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ। ਇਹ ਜੁਗਤੀਆਂ ਹੁੰਦੀਆਂ ਹਨ। ਅਵਸਥਾ ਦੇਖ ਕੇ ਸਤਪੁਰਸ਼ ਜਿਹੜੇ ਗੁਰਮੁਖ ਪਿਆਰੇ, ਗੁਰਮੁਖ ਗਾਡੀ ਰਾਹ ਚਲਾਇਆ, ਇਹ ਭੇਤੀ ਪੁਰਸ਼ ਉਹ ਜੁਗਤ ਦੱਸ ਦਿੰਦੇ ਹਨ।
ਹੁਣ ਸਮਾਂ ਆਉਣਾ ਹੀ ਹੈ, ਅੰਤ ਸਮਾਂ ਆਇਆ, ਅੰਤ ਕਾਲ ਜਮਦੂਤ ਵੇਖ। ਹੁਣ ਕੀ ਹੋਇਆ, ਉਸ ਸਮੇਂ ਇਹ ਡਰ ਗਿਆ ਕਿ ਆਹ ਸਮਾਂ ਜਿਹੜਾ ਹੈ ਇਹ ਤਾਂ ਸਾਰੇ ਡਰਦੇ ਨੇ, ਮਰਨੇ ਤੇ ਸਭ ਜਗ ਡਰੈ, ਜੀਵਿਆ ਲੋੜੈ ਸਭ ਕੋਏ। ਤੇ ਅੰਤ ਕਾਲ ਉਹ ਹੁਣ ਜਮਦੂਤਾਂ ਨੂੰ ਦੇਖ ਕੇ ਡਰ ਗਿਆ। ਹੁਣ ਉਸ ਸਮੇਂ ਕੀ ਕਿਹਾ, ਬੋਲੇ ਪੁੱਤ ਨਰਾਇਣ ਸਿਹਾ, ਕਿ ਉਹ ਜਿਹੜਾ ਨਰਾਇਣ ਕਹਿਣਾ ਸੀ ਪੁੱਤਰ ਦਾ ਨਾਮ, ਜੁਗਤ ਸੀ ਮਹਾਤਮਾ ਦੀ, ਉਸ ਸਮੇਂ ਇਸ ਦੇ ਮੁਖ ਤੋਂ ਧਿਆਨ ਉਧਰ ਚਲਾ ਗਿਆ ਜਿੱਧਰ ਅਸਲ ਨਰਾਇਣ ਹੈ। ਹੁਣ ਰਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜਾ ਗੁਰੂ ਤੋਂ ਮੰਤਰ ਮਿਲਦਾ ਹੈ, ਜਿਵੇਂ ਸਾਨੂੰ ਵਾਹਿਗੁਰੂ ਮੰਤਰ ਮਿਲਿਆ, ਮੂਲ ਮੰਤਰ ਮਿਲਿਆ, ਇਸ ਮੰਤਰ ਨੇ ਸਾਰੇ ਦੁੱਖ ਸਾਰੇ ਰੋਗ ਕੱਟ ਦੇਣੇ ਨੇ। ਤੇ ਜਦੋਂ ਹੁਣ ਇਸ ਤਰ੍ਹਾਂ ਦੇ ਨਾਲ ਕਿਹਾ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਐਸੀ ਚਿੰਤਾ ਮੈਂ। ਹੁਣ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਵਸੈ। ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਹੁਣ ਹੋਇਆ ਕਿ ਉਸ ਸਮੇਂ ਜਮਗਣ ਮਾਰੇ ਹਰਜਨ, ਹੁਣ ਆਏ ਤਾਂ ਲੈਣ ਸੀ ਉਹਨੂੰ ਜਮਦੂਤ, ਕਿਉਂਕਿ ਪਾਪੀ ਸੀ। ਅੰਤਮਤੇ ਸੋਈ ਗਤੇ, ਗਤੀ ਕਿਹੋ ਜਿਹੀ ਹੋ ਗਈ, ਯੋਗੀਆਂ ਵਾਲੀ, ਜੁਗਤ ਨਾਲ। ਕਿਉਂਕਿ ਜੇ ਜੁਗਤ ਦਾ ਪਤਾ ਨਹੀਂ, ਜੁਗਤ ਨਾ ਜਾਣੇ ਜੇ ਐਸਾ ਹੈ, ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬਹਿ ਕਰਵਾਰ। ਅਸਲ ਲੋੜ ਜੁਗਤ ਦੀ ਹੈ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੁਣ ਕਿੱਡੀ ਵੱਡੀ ਅਵਸਥਾ ਪ੍ਰਾਪਤ ਹੋ ਗਈ। ਗਿਆ ਸੁਰਗ ਜਮ ਡੰਡ ਨਾ ਸਿਹਾ, ਉਸ ਸਮੇਂ ਜਮਾਂ ਦੀ ਮਾਰ ਨਹੀਂ ਸਹੀ ਤੇ ਸੁਰਗਾਂ ਨੂੰ ਚਲਾ ਗਿਆ। ਜਿਵੇਂ ਗਣਕਾ ਚਲੇਗੀ, ਗਈ ਬੈਕੁੰਠ ਭਵਾਨ ਚੜ। ਹੁਣ ਇਸੇ ਤਰ੍ਹਾਂ ਦੇ ਨਾਲ ਅਜਾਮਲ ਦਾ ਵੀ ਆਧਾਰ ਹੋ ਗਿਆ। ਹੁਣ ਇਹ ਸਾਨੂੰ ਵਿਸ਼ਵਾਸ ਲਿਆਉਣਾ ਚਾਹੀਦਾ, ਭਰੋਸਾ। ਨਾਏ ਲਏ ਜਮ, ਜਿਹੜਾ ਦੁੱਖਾਂ ਦਾ ਡੇਰਾ ਹੈ, ਨਾਏ ਲਈਏ ਦੁੱਖ ਡੇਰਾ ਢੇਹਾ। ਇਹ ਕਿਵੇਂ ਢਹਿੰਦਾ ਏ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਜਦੋਂ ਅਸੀਂ ਦੁੱਖ ਤੇ ਜਿਹੜੇ ਰੋਗ ਹਨ, ਇਹ ਅਸੀਂ ਆਪੇ ਹੀ ਸੇੜ ਲਏ, ਬਹੁਤ ਸਾਧੋਂ ਉਪਜੇ ਰੋਗ। ਪਰ ਜੇ ਜੁਗਤ ਦੇ ਨਾਲ ਅਸੀਂ ਕਰਦੇ ਰਹੀਏ, ਦੁੱਖ ਵੀ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਹੁਣ ਜਦੋਂ ਏਡੇ ਵੱਡੇ ਵੱਡੇ ਗਣਕਾ ਵਰਗੇ, ਅਜਾਮਲ ਪਾਪੀ ਵਰਗੇ, ਕਿੰਨੇ ਕੁ ਸਮੇਂ 'ਚ ਕਹਿੰਦੇ ਭਲਾ ਕਰ ਦਿੱਤਾ ਨਾਮ ਨੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਇੱਕ ਨਿਮਖ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਉਸ ਦਾ ਭਲਾ ਹੋ ਗਿਆ। ਸੋ ਇਸ ਕਰਕੇ ਵਿਸ਼ਵਾਸ ਵਿੱਚ ਆਓ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਹ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਧਾਰੋ। ਅਟਲ ਪਿਓ ਤਰੋਂ ਜਾ ਕੇ ਸਿਮਰਨ, ਅਰ ਨਿਰਪੈ ਪਦ ਪਾਇਆ। ਦੁਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਵਿਧੀ ਨੂੰ ਅਪਣਾਓ, ਕਿਉਂਕਿ ਨਾਮ ਤਾਂ ਅੰਦਰ ਪਿਆ ਏ। ਭਿੱਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਗਠੜੀ ਖੋਲ ਨਾ ਜਾਣਿਆ, ਤਾਂ ਤੇ ਭੇ ਕੰਗਾਲ। ਅਸੀਂ ਆਤਮ ਸ਼ਹਿਜ਼ਾਦੇ ਹਾਂ, ਨਰ ਨਾਰਾਇਣੀ ਇਹ ਦੇਹ ਮਿਲੀ ਹੈ। ਇਸ ਨੂੰ ਜੇ ਵਿਸ਼ੇ ਵਕਾਰਾਂ ਚਲਾ ਕੇ ਅਸੀਂ ਖਤਮ ਕਰਦੇ ਹਾਂ, ਭੁੱਲ ਗਏ ਅਸਲ 'ਚੋਂ ਗੱਲ। ਖਾਣਾ ਪੀਣਾ, ਹੱਸਣਾ ਸੌਣਾ, ਇਹ ਤਾਂ ਯਾਦ ਰਹਿ ਗਿਆ।
ਖਾਣਾ ਪੀਣਾ ਹੱਸਣਾ ਸੌਣਾ ਭੁੱਲ ਕੀ ਗਿਆ, ਵਿਸਰ ਗਿਆ ਹੈ ਮਰਨਾ। ਹੁਣ ਇਹ ਅਸਲ ਮਰਨ ਮਨੋਂ ਵਿਸਾਰਿਆ। ਰੇ ਮਨ, ਮਨ ਨੂੰ ਸੰਬੋਧਨ ਕੀਤਾ, ਮਨ ਦਾ ਹੀ ਕੰਮ ਹੈ ਨਾ। ਤਨ ਕਰਕੇ ਜਿੱਥੇ ਅਸੀਂ ਗੁਰੂ ਦੇ ਦਰ ਤੇ ਪਹੁੰਚੇ ਆ, ਮਨ ਦੀ ਹਾਜ਼ਰੀ ਵੀ ਬਹੁਤ ਜ਼ਰੂਰੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਇਸ ਤਰ੍ਹਾਂ ਦੇ ਨਾਲ ਕੀਤਾ ਜਸ, ਜਦੋਂ ਇਕਾਗਰ ਚਿੱਤ ਨਾਲ ਕਰਦੇ ਆ ਤੇ ਕਿੰਨਾ ਫਲ ਮਿਲ ਜਾਂਦਾ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਫਿਰ ਇਹ ਕਾਲ ਦੀ ਫਾਸੀ, ਅੰਤ ਕਾਲ ਜਮਜਾਲ ਤੋੜ, ਫਿਰ ਇਹ ਤੋੜ ਦਿੱਤੀ। ਇਸ ਤਰ੍ਹਾਂ ਦੇ ਨਾਲ ਵਿਸ਼ਵਾਸ 'ਚ ਆਓ, ਭਰੋਸਾ ਲਿਆਓ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਕਿਉਂ ਇਹਨੂੰ ਭੁੱਲ ਗਿਆ। ਹੁਣ ਜਬ ਹੀ ਸ਼ਰਨ, ਜਦੋਂ ਚਰਨ ਸ਼ਰਨ ਲਈ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗੱਜ ਗਰਾਹ ਤੇ ਛੂਟਾ। ਨਾਮ ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਚੇਤ ਚਿੰਤਾ ਮਨ, ਤੈਂ ਪੀ ਉਤਰ ਹੈ ਪਾਰਾ। ਸੋ ਤੂੰ ਵੀ ਪਾਰ ਲੱਗ ਜਾਵੇਂਗਾ। ਇਸ ਤਰ੍ਹਾਂ ਕਰਨਾ ਹੈ। ਹਾਰ ਚਲੇ ਗੁਰਮੁਖ ਜਗ ਜੀਤਾ। ਇਹ ਜਿਹੜਾ ਨੇ ਮਨ ਨੂੰ ਜਿੱਤ ਲਿਆ, ਮਨ ਜੀਤੈ ਜਗ ਜੀਤ। ਇਸ ਕਰਕੇ ਗੁਰੂ ਤੋਂ ਮੰਤਰ ਲਓ ਵਿਧੀ ਪੂਰਵਕ। ਜਦੋਂ ਆਪਾਂ ਕਰਦੇ ਆ ਇਸ ਵਿਧੀ ਨੂੰ ਧਾਰਨ ਕਰਦੇ ਆ, ਜੋ ਸਾਡੇ ਇਸ ਘਰ ਦੇ ਵਿੱਚ ਹੈ, ਅੰਮ੍ਰਿਤ ਛਕਦੇ ਆ, ਫਿਰ ਉਹ ਜਿਹੜੀ ਰਹਿਤ ਦੱਸਦੇ ਨੇ ਉਹ ਕਮਾਉਂਦੇ ਆ। ਜੋ ਬਾਣੀ ਅੰਦਰਲੀ ਰਹਿਤ ਦੱਸਦੀ ਉਹ ਬਹੁਤ ਜ਼ਰੂਰੀ ਹੈ। ਕਿਹੜੀ ਰਹਿਤ ਹੈ? ਗੁਰ ਸਤਗੁਰ ਕਾ ਜੋ ਸਿੱਖ ਅਖਾਏ। ਜੇ ਅਸੀਂ ਸਿੱਖ ਅਖਵਾਉਂਦੇ ਆ, ਕਦੋਂ ਹੱਕਦਾਰ ਆ? ਭਲਕੇ ਉੱਠ ਹਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਜ਼ਰੂਰ ਉੱਠੇ। ਇੱਥੇ ਜਦੋਂ ਮਹਾਂਪੁਰਸ਼ ਆਏ, ਬਾਬਾ ਸਤਨਾਮ ਸਿੰਘ ਜੀ ਦੇ ਨਾਲ ਮਿਲਾਪ ਹੋਇਆ, ਉਹਨਾਂ ਨੇ ਇਹੀ ਦੱਸਿਆ ਕਿ ਤੁਸੀਂ ਅੰਮ੍ਰਿਤ ਵੇਲੇ ਇਕੱਠੇ ਹੋ ਕੇ ਸਤਸੰਗ ਕਰਿਆ ਕਰੋ। ਅਤਰੰਗ ਸਾਧਨ ਦਾ ਨਾਮ ਹੈ ਜਿਹੜਾ ਨਿਧਿਆਸਣ ਹੈ, ਉਹ ਕਰਿਆ ਕਰੋ। ਤੇ ਉਹਨਾਂ ਨੇ ਬਚਨ ਨਿਭਾਇਆ। 27 ਸਾਲ ਕਰਦੇ ਰਹੇ। ਅੰਤ ਕਾਲ, ਹੁਣ ਅੰਤ ਸਮਾਂ ਆਉਣਾ ਹੀ ਹੈ। ਆ ਡਾਕਟਰ ਪਰਮਵੀਰ ਸਿੰਘ ਜੀ ਰਾਹੁਲ ਆਏ, ਸੰਧੂ ਪਰਿਵਾਰ ਇਹਨਾਂ ਦੇ ਪਿਆਰ 'ਚ ਵਿਕਰਸਫੀਲਡ ਚਲੇ ਗਏ। ਪਰਿਵਾਰ ਨਾਲੋਂ ਮੋਹ ਤੋੜ ਲਿਆ। ਉੱਥੇ ਜਾ ਕੇ ਦੇਖੋ, ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ। ਜਿਸ ਦਿਨ ਇਹ ਸਮਾਂ ਆਇਆ, ਬਹੁਤ ਖੁਸ਼ ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜੋ ਉਹਨਾਂ ਦੀ ਭਾਵਨਾ ਸੀ ਗੁਰੂ ਤੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਅਖੰਡ ਪਾਠ ਸਹਿਬਾਨ ਦੇ ਭੋਗ ਪਏ। ਇਹੀ ਦ੍ਰਿੜ ਵਿਸ਼ਵਾਸ, ਇਹੀ ਉਪਦੇਸ਼ ਦ੍ਰਿੜ ਕਰਵਾਉਂਦੇ ਹੋਏ ਆਪ ਜੀ ਨੇ ਅੰਤ ਦਾ ਸਮਾਂ ਆਪਣਾ ਸਫਲ ਕਰ ਲਿਆ। ਹੁਣ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਜੇ ਐਸਾ ਹੋ ਸਕਦਾ ਹੈ ਕਿ ਇਹ ਨਹੀਂ ਹੋ ਸਕਦਾ ਸੀ ਵੀ ਕਰੀਏ। ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਧਿਆਨ 'ਚ ਬੈਠੇ ਉਦਮ ਕਰੇ, ਭਲ ਕੇ ਪਰਵਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਵੇ। ਉਸ ਸਰੋਵਰ ਦੇ ਵਿੱਚ ਸਥਿਤ ਜਿੱਥੇ ਨਾਮ ਹੈ, ਠੀਕ ਹੈ। ਇਹ ਜਿਹੜਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ, ਜਦੋਂ ਜਾਓ ਇਸ਼ਨਾਨ ਕਰੋ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਜਿਹੜਾ ਅੰਦਰ ਵੀ ਤੀਰਥ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਉਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉੱਥੋਂ ਦੀ ਨਿਸ਼ਾਨੀ ਵੀ ਦੱਸੀ। ਸੁਨ ਸਮਾਦ ਅਨਹਤ ਤਹਿਨਾਦ। ਇੱਕ ਤਾਂ ਇਹ ਆਹਟ ਦੀ ਆਵਾਜ਼ ਹੈ, ਇੱਕ ਬਿਨਾਂ ਆਹਟ ਤੋਂ ਉਹ ਚੱਲ ਹੀ ਰਿਹਾ ਹੈ ਅੰਦਰ ਨਾਥ। ਇਸ ਤਰ੍ਹਾਂ ਦੇ ਨਾਲ ਉਸ ਮਿਊਜ਼ਿਕ 'ਚ
ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸੁਰਤ ਉਧਰ ਨੂੰ ਹੀ ਜਾਊ ਜਿੱਧਰੋਂ ਧੁਨ ਆਊ। ਬਹੁਤ ਸਖਾਲਾ ਮਾਰਗ ਗੁਰੂ ਬਾਬਾ ਜੀ ਨੇ ਦੱਸਿਆ ਏ। ਕਲਯੁਗ ਨਾਨਕ ਨਾਮ ਸਖਾਲਾ। ਹੁਣ ਆਪਾਂ ਵਿਚਾਰ ਕਰਦੇ ਸੀ, ਨਾਰਦ ਮੁਨੀ ਨੇ ਉਹ ਧਰੂਹ ਨੂੰ ਜੋ ਮੰਤਰ ਦਿੱਤਾ, ਉਹ ਸਮਾਂ ਐਸਾ ਸੀ, ਬੜਾ ਲੰਬਾ ਸੀ, ਉਮਰਾਂ ਵੀ ਲੰਬੀਆਂ ਸਨ। ਓਮ ਕਹਿ ਕੇ ਮੰਤਰ ਸ਼ੁਰੂ ਹੁੰਦੇ, ਅੰਦਰ ਸ੍ਰੀ ਵਾਸਦੇਵਾ ਜੋ ਵੀ ਬੋਲਦੇ, ਫਿਰ ਨਮਹਿ ਤੇ ਸਮਾਪਤੀ ਕਰਦੇ। ਹੋਰ ਸਮੰਤਰ ਐਸੇ ਜਪਦੇ, ਪਰ ਹੁਣ ਉਮਰਾਂ ਨਹੀਂ ਵੱਡੀਆਂ, ਆਚਾਰ ਆਹਾਰ ਵਿਚਾਰ ਵਿਹਾਰ ਇਹ ਸਾਡੇ ਬਦਲ ਚੁੱਕੇ ਹਨ, ਇਹਨਾਂ ਦੇ ਵਿੱਚ ਗਿਰਾਵਟ ਆ ਗਈ ਹੈ। ਇਸ ਕਰਕੇ ਗੁਰੂ ਬਾਬਾ ਜੀ ਨੇ ਬਹੁਤ ਸਖਾਲਾ ਮਾਰਗ ਸਾਨੂੰ ਇਹ ਦੱਸਿਆ ਹੈ। ਸੁਰਤ ਸ਼ਬਦ ਪਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਗੁਰ ਤਰੀਏ ਨਾਨਕ ਨਾਮ ਵਖਾਣੈ ਨੇ। ਨਾਮ ਬਖਾਣੈ ਦੇ, ਨਾਨਕ ਨਾਮ ਬਖਾਣੈ। ਸ਼ਬਦ ਪਵ ਸਾਗਰ ਤਰੀਏ, ਨਾਨਕ ਨਾਮ ਬਖਾਣੈ। ਗੁਰ ਤਰੀਏ ਨਾਨਕ ਨਾਮ ਬਖਾਣੈ ਦੇ। जैसे चल में कमल नरालम मुर्गाई ने, सुरत शब्द पव सागर तरिए। सुरत ते शब्द दा ए मार्ग किन्ना सौखा है। सुरत उस पासे वाल नूं जाओ जिधरों आवाज आओ शब्द है, धुन शब्द गुरु सुरत धुन चेला। सवास की मदद दे नाल सुरत नूं ऊंचा चुको, इन्हां चों कड्डो जिथे फसी होई है। अंत काल नारायण सिमरै, हुण ओनू याद करन विच किन्ना सुख है। सिमरो सिमर सिमर सुख पावो, काल कलिस्थान माए मटावो। हो सिमरो चास में संबर एक, गंत अनेक। वेद प्राण सिमरत सब शास्त्र, वो किन्ने राम नाम एक आखर, किनका एक जिस जी बसावे। ताकि महिमा गनी न आवे, ताकि एक दर्श तो हारो, नानक संग मोए अदारो। इस करके दिन दी शुरुआत जदों दुनिया सुती पई, अमृत वेला है। जे सिख खवाउने उस समय उठो,
ਕੀ ਕਰੋ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ, ਭੇ ਅਰੋਗਾ ਮਨ। ਅਰੋਗ ਹੋ ਗਿਆ ਤਨ ਨੂੰ, ਫਿਰ ਰੋਗ ਆਪੇ ਹੀ ਨਹੀਂ ਕੋਈ ਰਹਿਣਾ। ਗੁਰੂ ਸਤਿਗੁਰ ਕਾ ਜੋ ਸਿੱਖੇ ਅਖਾਈ ਕੋ ਭਲ ਕੇ ਉਠ ਹਰ ਨਾਮ ਤੇ ਆਵੇ। ਸਿਮਰਨ ਕਿਹਾ ਯਾਦ ਨੂੰ ਧਿਆਵੇ, ਧਿਆਨ ਚ ਬੈਠੇ। ਬਹੁਤੇ ਲੰਬੇ ਚੱਕਰਾਂ ਚੋਂ ਮਹਾਰਾਜ ਨੇ ਨਹੀਂ ਸਾਨੂੰ ਪਾਇਆ, ਸਿੱਧਾ ਜਾ ਰਸਤਾ ਹੈ ਨਾਮ ਮਾਰਗ। ਅੱਖ ਨੱਕ ਦੀ ਜੜ ਇੱਥੇ ਆਗਿਆ ਚੱਕਰ, ਇੱਥੇ ਧਿਆਨ ਧਰੋ। ਤਿੰਨ ਤਰ੍ਹਾਂ ਦਾ ਧਿਆਨ, ਪ੍ਰਤੀਕ, ਸੰਪਤ, ਅਹੰਗ੍ਰਹਿ ਧਿਆਨ। ਅਹੰਗ੍ਰਹਿ ਧਿਆਨ ਤਾਂ ਇੱਕ ਗਿਆਨ ਐਸਾ ਹੈ, ਇਹ ਕਰਦੇ ਕਰਦੇ ਜਦੋਂ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਜਪਦੇ ਜਪਦੇ ਫਿਰ ਹੰਸਰਾਰ ਦਲ ਕਮਲ ਲੰਘਦੇ ਹੋਏ, ਧਿਆਤਾ ਧਿਆਨ ਧੀ ਦੀ ਤ੍ਰਿਕੁਟੀ ਤੋੜਦੇ ਹੋਏ ਬ੍ਰਹਮੰਡੀ ਹਿਰਦੇ ਚ ਪ੍ਰਵੇਸ਼ ਕਰੀਦਾ ਹੈ। ਉਥੇ ਫਿਰ ਬੈਖਰੀ ਮੱਧਮਾ ਤੋਂ ਬਾਅਦ ਪਸੰਤੀ ਬਾਣੀ ਹੈ। ਬਿਨ ਜਿਹਬਾ ਜੋ ਜਪੇ ਆਏ, ਉਹ ਕੋਈ ਜਾਣੇ ਕੈਸਾ ਨਾਮ। ਇਹ ਗੂੰਗੇ ਦੀ ਮਠਿਆਈ ਹੈ, ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਅਨੁਭਵ ਦਾ ਵਿਸ਼ਾ ਹੈ ਹਿਰਦੇ ਦਾ। ਫਿਰ ਪਰਾਵਾਣੀ ਚ ਪ੍ਰਵੇਸ਼ ਕਰ ਜਾਣਾ, ਜੋ ਸਿੱਖੀ ਦੀ ਪਰਿਭਾਸ਼ਾ ਸਤਿਗੁਰੂ ਜੀ ਦੱਸਦੇ ਹਨ। ਹੋ ਉਦਮ ਕਰੇ ਪਲ ਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉਪਦੇਸ ਗੁਰੂ ਹਰ ਹਰ ਜਪ ਜਪ, ਸਭ ਕਿਲ ਵੇਖ ਪਾਪ ਦੁਖ ਲੈ ਜਾਵੇ। ਜਿਹੜੇ ਕਿਲ ਵੇਖ ਪਾਪ ਵੀ ਹੁਣ ਗਣਕਾ ਪਾਪਣ ਹੋਏ ਕਿ ਪਾਪ ਕੱਟ ਦਿੱਤੇ, ਅਜਾਮਲ ਦੇ ਕੱਟ ਦਿੱਤੇ। ਐਸਾ ਇਸ਼ਨਾਨ ਨਾਮਦਾਨ, ਇਸ਼ਨਾਨ ਨਾਮ ਬਾਣੀ, ਨਾਮ ਚ ਸਥਿਤ ਹੋ ਕੇ ਕਿਲ ਵੇਖ ਪਾਪ ਦੁਖ ਲਹਿ ਜਾਵੇ। ਫਿਰ ਚੜੇ ਤੇ ਗੁਰਬਾਣੀ ਗਾਵੇ, ਬਹਿਨੇ ਉੱਠਦੇ ਹਰ ਨਾਮ ਤੇ ਆਵੇ। ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ, ਧਿਆਨ ਚ ਹੀ ਰਹੇ। ਉਠਤ ਬੈਠਤ, ਉੱਠਦੇ ਬੈਠਦੇ, ਸੌਂਦੇ ਜਾਗਦੇ। ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੇ ਸਦ ਕਾਮ। ਅਵਰ ਕਾਸ ਤਿਰ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਚੜੇ ਦਿਵਸ ਗੁਰਬਾਣੀ ਗਾਵੇ, ਹੁਤ ਹਰ ਨਾਮ ਤੇ ਆਵੇ। ਜੋ ਸਾਥ ਗਰਾਸ ਧਿਆਏ, ਮੇਰਾ ਹਰ ਹਰ ਅੰਦਰ ਨੂੰ ਸਵਾਸ ਜਾਂਦਾ। ਖਾਲੀ ਨਾ ਜਾਵੇ। ਲੋਡਡ ਦੇਖਣਾ ਹੀ ਕਰਨਾ ਤਾਂ ਕੁਛ ਨਹੀਂ, ਬੈਖਰੀ ਮੱਧਮਾ ਕਰਨਾ ਪੈਂਦਾ। ਪਸੰਤੀ ਚ ਅੰਦਰ ਸਾਰਾ ਚੱਲਦਾ, ਅੰਦਰ ਦਾ ਮਾਰਗ ਆਤਮ ਮਾਰਗ। ਪਰਾਵਾਣੀ ਵਿੱਚ ਕੀ ਕਰਨਾ ਹੈ?
ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਕਰਕੇ ਦੇਖੋ ਸਿੱਧੇ ਬੈਠ ਜਾਏ એનર્ਜੀ ਫਲੋ ਕਰਦੀ ਹੈ ਜਦੋਂ 90 ਡਿਗਰੀ ਤੇ ਰੀੜ ਦੀ ਹੱਡੀ ਹੁੰਦੀ ਅਵਸਥਾਵਾਂ ਹਨ ਕਰਨ ਚਾਹੁੰਦੀਆਂ ਨੇ ਸਮ ਦਮ ਜਮ ਨਿਯਮ ਅਪਣਾਉਣੇ ਆਸਣ ਸਿੱਧ ਕਰਨਾ ਪ੍ਰਤਿਹਾਰ ਪ੍ਰਾਣਾਯਾਮ ਨਿਧਿਆਸਨ ਕਰਦੇ ਕਰਦੇ ਧਾਰਨਾ ਧਿਆਨ ਸਮਾਧੀ ਜਿੱਥੇ ਸਮਾਧੀ ਵੀ ਐਸੀ ਟਾਈਮ ਐਂਡ ਸਪੇਸ ਹੀ ਨਹੀਂ ਦੇਸ਼ ਕਾਲ ਵਸਤੂ ਤੋਂ ਉੱਪਰ ਅਸੰਪਰਗਿਆਤ ਸਭ ਵਿਕਲਪ ਸਮਾਧ ਜਿੱਥੇ ਕੋਈ ਸੰਕਲਪ ਹੀ ਨਹੀਂ ਇੱਕ ਅੱਖਾਂ ਖੁੱਲੀਆਂ ਨਾਲ ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋਹਰਾ ਸੋਈ ਜਾਣਿਆ ਅਭਿਆਸ ਕਰੋ 12 ਸੈਕਿੰਡ ਸਵਾਸ ਲੰਬਾ ਹੋ ਗਿਆ ਇੱਕ ਇਹਨੂੰ ਧਾਰਨਾ ਕਹਿ ਦਿੰਦੇ ਨੇ 12 ਧਾਰਨਾ ਫਿਰ ਇਹ ਧਿਆਨ ਬਣ ਜਾਂਦਾ ਹੈ 2.5 ਮਿੰਟ ਦਾ ਮਨ ਰੁਕਣ ਲੱਗ ਗਿਆ ਧਿਆਨ ਬਣ ਜਾਂਦਾ ਹੈ ਤੇ 12 ਧਿਆਨ ਅੱਧਾ ਘੰਟਾ ਇਹ ਕਰਨ ਲੱਗ ਗਏ ਸਮਾਧੀ ਇਸ ਦਾ ਨਾਮ ਹੈ ਇਸ ਕਰਕੇ ਕਰੋ ਅੰਦਰ ਨੂੰ ਜਾਂਦਾ ਮਿਨੀਮਮ ਟਾਈਮ 12 ਸੈਕਿੰਡ ਦਾ ਲੱਗੇ ਇਨਹੇਲ ਡੀਪ ਬਰੀਥ ਜਦੋਂ ਜਾਂਦਾ ਅੱਧੇ ਕੁ ਮਿੰਟ ਤੱਕ ਲੈ ਜਾਓ ਕਰਦੇ ਕਰਦੇ ਕਿ 1 ਮਿੰਟ ਹੀ ਹੈ ਅੱਧਾ ਮਿੰਟ ਛੱਡਣ ਨੂੰ ਲਾਓ ਕਿੱਡੀ ਕਿਰਪਾ ਹੋ ਜਾਂਦੀ ਹੈ ਅੰਤਲਾ ਸਵਾਸ ਆਉਣਾ ਉਸ ਸਮੇਂ ਤੇ ਕੀ ਹੋਣਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਚਿੰਤਨ ਕਰਦੇ ਕਰਦੇ ਰਾਤ ਨੂੰ ਸੌਣ ਲੱਗਦੇ ਹੋ ਸਵ ਆਸਨ ਚ ਐਜ਼ ਏ ਡੈਡ ਬਾਡੀ ਢਿੱਲਾ ਸਰੀਰ ਛੱਡ ਕੇ ਸਵਾਸ ਤੇ ਕਰੀ ਚੱਲੋ ਫਿਰ ਸੌਣ ਸਲੀਪ ਕੋਈ ਡ੍ਰੀਮ ਨਹੀਂ ਸੁਪਨੇ ਰਹਿਤ ਨੀਂਦ ਆਊ ਰਿਲੈਕਸ ਹੋ ਜਾਓਗੇ ਫਿਰ ਉੱਠਦੇ ਵੀ ਇਹੀ ਚੱਲੋ ਸੌਂਦੇ ਵੀ ਚੱਲੋ ਸਾਸ ਕਰਾਸ ਦਾ ਇਹ ਸਿਮਰਨ ਹੈ ਸਵੇਰੇ ਸਿੱਧੇ ਬੈਠ ਕੇ 90 ਡਿਗਰੀ ਤੇ ਇਸ਼ਨਾਨ ਕਰਕੇ ਬੈਠੋ ਫਿਰ ਦੇਖੋ ਵਾਚ ਕਰੋ ਸਵਾਸ ਨੂੰ ਆਉਂਦਾ ਅੰਦਰ ਨੂੰ ਜਾਂਦਾ ਕੀ ਸੁਣੋ ਵਾਹੇ ਹੁਣ ਬਾਹਰ ਨੂੰ ਆਉਣਾ ਪੇਟ ਬਾਹਰ ਨੂੰ ਆਵੇ ਜਦੋਂ ਸਵਾਸ ਅੰਦਰ ਜਾਵੇ ਪ੍ਰਾਣਾਪਾਨ ਵਾਯੂ ਹੁਣ ਜਦੋਂ ਬਾਹਰ ਨੂੰ ਆਉਣਾ ਸਵਾਸ ਪੇਟ ਪੂਰਾ ਅੰਦਰ ਲੱਗ ਜਾਵੇ ਖਾਲੀ ਪੇਟ ਅੰਮ੍ਰਿਤ ਵੇਲੇ ਅਭਿਆਸ ਕੀਤਾ ਬਹੁਤ ਹੀ ਫਲੀਭੂਤ ਹੁੰਦਾ ਹੈ ਕਰਿਆ ਕਰੋ ਫਿਰ ਛੱਡਣਾ ਸਵਾਸ ਇੱਕ ਦਿਨ ਛੱਡਣਾ ਹੀ ਹੈ ਪੂਰਾ ਛੱਡੋ ਪੇਟ ਤੋਂ ਹੀ ਸਵਾਸ ਲਿਆ ਕਰੋ ਬਾਚ ਕਰੋ ਦੇਖੋ ਜਦੋਂ ਵੀ ਇਕੱਲੇ ਬੈਠੇ ਹੋ ਰਿਲੈਕਸ ਹੋ ਕੇ ਇਸ ਤਰ੍ਹਾਂ ਕਰੀ ਚੱਲੋ ਆਪੇ ਹੀ ਦੇਖੋ ਅੰਦਰ ਦੇ ਵਿੱਚ ਫਿਰ ਕਿੰਨੀ ਸ਼ਾਂਤੀ ਪੀਸ ਆਫ ਮਾਈਂਡ ਵਰਤ ਜਾਂਦਾ ਸਵਾਸ ਛੱਡਣਾ ਫਿਰ ਇਹ ਸੁਣੋ ਕਰਨਾ ਤਾਂ ਕੁਝ ਨਹੀਂ ਸੁਣਨਾ ਹੀ ਹੈ ਗੁਰੂ
ਜੋ ਸਾਸ ਕਰਾਸ ਤੇ ਆਏ ਮੇਰਾ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ। ਇਸ ਤਰ੍ਹਾਂ ਦਾ ਸਿੱਖ ਉਹ ਗੁਰੂ ਦੇ ਮਨ ਨੂੰ ਭਾ ਜਾਂਦਾ ਹੈ। ਫਿਰ ਗੁਰੂ ਦਿਆਲ ਹੋ ਕੇ ਜਿਹੜੀ ਜੀਵ ਅਤੇ ਉਹ ਬ੍ਰਹਮ ਦੀ ਅਭੇਦਤਾ ਦਾ ਉਪਦੇਸ਼ ਜਿਵੇਂ ਬਾਣੀ ਬਖਸ਼ਿਸ਼ ਕਰਦੀ, ਕਿਉਂਕਿ ਗੁਰੂ ਤਾਂ ਸਦਾ ਹੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਕਰਦੇ ਕਰਦੇ ਫਿਰ ਗੁਰੂ ਆਪਣੇ ਚ ਹੀ ਅਭੇਦ ਕਰ ਲੈਂਦਾ ਹੈ। ਬਾਣੀ ਕਿੱਥੋਂ ਆਈ ਹੈ? ਧੁਰ ਕੀ ਬਾਣੀ ਆਈ, ਧੁਰ ਦਰਗਾਹੋਂ ਬਾਣੀ ਆਈ ਹੈ। ਫਿਰ ਇਹ ਸਾਰੇ ਜਿੰਨੇ ਦੁੱਖ ਰੋਗ ਨੇ ਇਹਨਾਂ ਦੇ ਉੱਤੇ ਰੋਕ ਲਾ ਦਿੰਦੀ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨੀ ਜਾਈ। ਫਿਰ ਉਹ ਰਮਿਆ ਹੋਇਆ ਸਾਰੇ ਨਜ਼ਰ ਆਉਂਦਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਫਿਰ ਉਹ ਜਿਹੜਾ ਬਾਣੀ ਚ ਉਪਦੇਸ਼ ਹੈ, ਗੁਰੂ ਦਿਆਲ ਹੋ ਕੇ ਕੀ ਕਰਦਾ? ਜਿਸ ਨੂੰ ਦਿਆਲ ਹੋਏ ਮੇਰਾ ਸਾਮੀ, ਤਿਸ ਗੁਰ ਸੇ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤੇ ਗੁਰ ਸਿੱਖੀ, ਜੋ ਆਪ ਜਪੇ ਅਵਰ ਨਾਮ ਜਪਾਵੇ। ਆਓ ਸਾਰੇ ਹੁਣ ਸਮਾਪਤੀ ਕਰੀਏ, ਜਪੀਏ ਦ੍ਰਿੜ ਵਿਸ਼ਵਾਸ ਤੇ ਭਰੋਸੇ ਦੇ ਨਾਲ। ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨ ਕਾਸੀ ਉਦਰੀ, ਤਾਂ ਕੋ ਜਸ ਉਰਧਾਰੋ। ਅਟਲ ਪਿਓ ਤਰੁ ਜਾਗ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਵਿਸਰਾਇਆ। ਜਬ ਹੀ ਸ਼ਰਨ ਗੇਹੀ ਕਿਰਪਾ, ਨਿਤ ਗਜ ਗਰਹਾ ਤੇ ਛੂਟਾ। ਮਹਿਮਾ ਨਾਮ ਕਹਾਂ ਵਰਨੋ, ਰਾਮ ਕਹਿਤ ਬੰਧਨ ਤਹ ਟੂਟਾ। ਅਜਾ ਮਲ ਪਾਪੀ ਜਗ ਜਾਣੈ, ਨਾਰਾਇਣ ਮੁਖ ਤੋਂ ਨਿਕਲਿਆ, ਧਿਆਨ ਉਧਰ ਚਲਾ ਗਿਆ। ਜਾਗਤ ਕੋ ਜੋਗੀ ਸ਼ਰਵਾਸ਼ਤ, ਸੋ ਗਤ ਛਿਨ ਮੈਂ ਪਾਈ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਤਰ ਸਪਾਰਾ। ਮਨ ਏਤੇ ਕਾਬੂ ਆਓ। ਮਨ ਦੌੜਦਾ ਸਵਾਸ ਤੇ, ਇਹ ਜੁਗਤ ਹੈ ਅੰਦਰ ਨੂੰ ਜਾਂਦਾ ਵਾਹੀ, ਸੁਣੋ ਬਾਹਰ ਨੂੰ ਆਉਂਦਾ ਇਹ ਗੁਰੂ। ਆਓ ਇਹ ਕਰਕੇ ਅਭਿਆਸ, ਕਿਉਂਕਿ ਲੈਸਨ ਰਿਪੀਟ ਕਰਦੇ ਆ, ਰੈਪੀਟੇਸ਼ਨ ਚ એનર્ਜੀ ਆਉਂਦੀ ਹੈ। ਇਹ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਇਹੀ ਇਲਾਜ ਹੈ। ਸਰਵ ਰੋਗ ਕਾ ਔਖਦ ਨਾਮ, ਨਾਮ ਤੱਕ ਮੰਤਰ ਨੇ ਪਹੁੰਚਾਉਣਾ। ਮੰਤਰ ਕਿੰਨਾ ਫੋਰਸਫੁਲ ਹੈ। ਹਰ ਔਖਦ ਸਭ ਘਟ ਹੈ ਪਾਈ, ਗੁਰ ਪੂਰੇ ਬਿਨ ਬਿਦ ਨਾ ਬਣਾਈ। ਗੁਰ ਪੂਰੇ ਸੰਜਮ ਕਰ ਦਿਆ, ਨਾਨਕ ਤੋਂ ਫਿਰ ਦੁੱਖ ਨਾ ਥੀਆ। ਇਹ ਦੁੱਖ ਦਾ ਕੋਈ ਨਾਮ ਨਿਸ਼ਾਨ ਨਹੀਂ ਰਹਿਣਾ। ਜਿਹੜੇ ਚਾਰ ਦੁੱਖ ਨੇ ਉਹਨਾਂ ਚ ਜੰਮਣ ਮਰਨ ਦਾ ਤਾਂ ਦੁੱਖ ਬਹੁਤ ਵੱਡਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਧਾਏ। ਵੈਦ ਨਾ ਭੋਲੇ ਦਾਰੂ ਲਾਏ। ਫਿਰ ਦਾਰੂ ਵੀ ਰਾਸ ਆ ਜਾਂਦੀ ਹੈ। ਔਖਦਾ ਏ ਰਾਸ ਵਿੱਚ ਆਪ ਖਲੋਇਆ। ਸੋ ਇਸ ਨੂੰ ਅਪਣਾਈਏ। ਆਓ ਇੱਕ ਕਰਕੇ ਫਿਰ ਸਮਾਪਤੀ ਕਰੀਏ। ਧੰਨਵਾਦ ਤੁਹਾਡਾ ਜਿਨ੍ਹਾਂ ਨੇ ਪਿਆਰ ਨਾਲ ਬੈਠ ਕੇ ਗੁਰੂ ਦੀ ਗੋਦ ਦਾ ਆਨੰਦ ਮਾਣਿਆ।
ਪ੍ਰਬੰਧਕਾਂ ਦਾ ਧੰਨਵਾਦ। ਸਮਾਂ ਮਿਲਿਆ ਫੇਰ ਕਿਤੇ ਨਦੀ ਨਾਵ ਸੰਜੋਗੀ ਮੇਲੇ, ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਬੇਨਤੀਆਂ ਕਰਦੇ ਆ, ਕਿੰਨੀਆਂ ਹੀ ਗਲਤੀਆਂ ਹੋ ਜਾਂਦੀਆਂ ਨੇ, ਗੁਰ ਸੰਗਤ ਬਖਸ਼ ਦੇਵੇ। ਆਓ ਇਹ ਰਿਪੀਟ ਕਰਕੇ ਅਭਿਆਸ ਕਰਕੇ ਫਿਰ ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।